ਪ੍ਰੀਵੈਂਟਿਵ ਆਸ਼ਾ ਵਰਕਰ ਜਿਹੜੀ ਆਪਣਾ ਰੋਜ਼ਮਾਰਾ ਦੇ ਵਿੱਚ 54 ਕੰਮਾਂ ਦੇ ਵਿੱਚੋਂ ਕੰਮ ਕੱਢਦੀ ਸੀ, ਉਹਦੇ ਵਿੱਚ ਸਰਕਾਰ ਕਹਿੰਦੀ ਵੀ 3500 ਕਿਉਂ ਨਹੀਂ ਕਮਾਉਂਦੀ। ਅਸੀਂ ਸਰਕਾਰ ਨੂੰ ਕਹਿੰਦੇ, ਅਸੀਂ ਮੁੱਖ ਮੰਤਰੀ ਸਾਹਿਬ ਨੂੰ ਕਹਿੰਦੇ, ਸਿਹਤ ਮੰਤਰੀ ਸਾਹਿਬ ਨੂੰ ਕਹਿੰਦੇ, ਸਾਡੀਆਂ ਬੀਬੀਆਂ ਨੂੰ ਕੋਵਿਡ ਦੇ ਵਿੱਚ ਵਰਤਿਆ ਜਾ ਰਿਹਾ। ਸਾਰਾ ਦਿਨ ਪੂਰ ਰਾਤ ਕੋਵਿਡ ਦਾ ਕੰਮ ਕਰਾਇਆ ਜਾ ਰਿਹਾ। ਕੋਵਿਡ ਦੇ ਬਾਰ-ਬਾਰ ਸਰਵੇ ਕਰਾ ਰਹੇ ਆ, ਕੋਵਿਡ ਦਾ ਵੈਕਸੀਨ ਲਿਆਓ, ਕੋਵਿਡ ਦੇ ਸੈਂਪਲਿੰਗ ਕਰਾਓ। ਹਰ ਵਕਤ ਬੀਬੀਆਂ ਨੂੰ ਕੋਵਿਡ ਦੇ ਵਿੱਚ ਘਾਣ ਕੀਤਾ ਹੋਇਆ। ਤੇ ਉਹ ਜਿਹੜਾ 3500 ਰੁਪਇਆ ਬੀਬੀਆਂ ਤੋਂ ਬਣ ਰਿਹਾ, ਕੋਵਿਡ ਦੇ ਵਿੱਚ એનર્ਜੀ ਵੇਸਟ ਹੋਈ ਜਾਂਦੀ, ਕੰਮਾਂ ਵੱਲ ਧਿਆਨ ਨਹੀਂ ਹੋ ਰਿਹਾ ਹੈਗਾ। ਤੇ ਉਹ ਬੀਬੀਆਂ ਦਾ 2500 ਰੁਪਇਆ ਵੀ ਡਿਸਟ੍ਰਿਕਟ ਫਰੀਦਕੋਟ ਤੇ ਕੱਟਿਆ ਜਾ ਰਿਹਾ ਹੈ। ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਦੂਰ ਨਹੀਂ, ਵੋਟਾਂ ਨੇੜੇ ਆ ਤੇ ਅਸੀਂ ਇਹਨਾਂ ਦਾ ਪਿੰਡਾਂ ਤੋਂ ਹੀ ਬਾਈਕਾਟ ਕਰਾਂਗੇ। ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੈ ਕਿ ਪੰਜਾਬ ਸਰਕਾਰ ਦੀ ਫੇਰ ਬਦਲ ਤੋਂ ਬਾਅਦ ਜੋ ਦੁਬਾਰਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਦੋਂ ਦੀ ਕੁਰਸੀ ਸੰਭਾਲੀ ਹੈ, ਔਰ ਕੁਰਸੀ ਸੰਭਾਲਣ ਤੋਂ ਬਾਅਦ ਚਰਨਜੀਤ ਚੰਨੀ ਦੀ ਜੋ ਸਰਕਾਰ ਨੇ ਵੱਡੇ ਵੱਡੇ ਜੋ ਵਾਅਦੇ, ਜਿਸਨੇ ਕਿਹਾ ਕਿ ਮੈਂ ਪੰਜਾਬ ਦੇ ਵਿੱਚ ਇੱਕ ਨਿਖਾਰ ਔਰ ਇੱਕ ਬਦਲਾਅ ਚਾਹੁੰਦਾ ਕਿ ਜਿਸ ਤਰ੍ਹਾਂ ਕਿਸੇ ਵੀ ਧੜੇਬੰਦੀ ਦੀ ਜਾਂ ਜੋ ਵੀ ਧਰਨੇ ਤੇ ਬੈਠੇ ਹਨ ਉਹਨਾਂ ਨੂੰ ਮੈਂ ਜਿਹੜਾ ਕਿ ਉਹਨਾਂ ਦੀਆਂ ਮੁਸ਼ਕਲਾਂ ਹੱਲ ਨੂੰ ਸੁਣ ਕੇ ਔਰ ਉਹਨਾਂ ਦਾ ਜਿਹੜਾ ਧਰਨਾ ਪ੍ਰਦਰਸ਼ਨ ਉਹਨੂੰ ਜਲਦੀ ਤੋਂ ਜਲਦੀ ਖਤਮ ਕਰਨ ਦਾ ਜਿਹੜਾ ਮੇਰਾ ਟੀਚਾ ਉਹ ਚੱਲਿਆ ਹੋਇਆ। ਔਰ ਪਿਛਲੇ ਦਿਨੀ ਵੀ ਚੰਨੀ ਜੋ ਪੰਜਾਬ ਦੇ ਚੰਨੀ ਸਾਹਿਬ ਮੁੱਖ ਮੰਤਰੀ ਸਾਹਿਬ ਨੇ ਆਪਣੇ ਬਾਹਰ ਦੀ ਕੋਠੀ ਦੇ ਬਾਹਰ ਦੇ ਵਿੱਚ ਇੱਕ ਪ੍ਰਦਰਸ਼ਨੀ ਲਾਈ ਸੀ ਰਾਤ ਸਮੇਂ ਕਿ ਜੋ ਵੀ ਮੇਰੇ ਕੋਲੇ ਆਵੇ ਮੈਂ ਉਹਨਾਂ ਦਾ ਜਿਹੜਾ ਕੰਮਕਾਰ ਜੋ ਵੀ ਜਥੇਬੰਦੀਆਂ ਦਾ ਪੈਂਡਿੰਗ ਹੈ ਉਹਨਾਂ ਨੂੰ ਮੈਂ ਆਪਣੀ ਸਰਕਾਰ ਦੇ ਵਿੱਚ ਪੂਰਾ ਕਰਦਾ। ਔਰ ਮੈਂ ਤੁਹਾਨੂੰ ਮਿਲਾਉਣਾ ਇਸ ਟਾਈਮ ਜੋ ਕਿ ਆਸ਼ਾ ਵਰਕਰ ਇੱਕ ਇਹੋ ਜਿਹਾ ਵਰਕਰ ਹੈ ਜਿਹੜਾ ਕਿ ਦਿਨ ਪੋ ਰਾਤ ਨਾ ਕੋਈ ਟਾਈਮ ਉਹਨਾਂ ਦਾ ਪੀੜ ਹੈ ਕਿ ਕਿਸ ਟਾਈਮ ਉਹਨਾਂ ਨੂੰ ਕਦੋਂ ਵੀ ਡਿਲੀਵਰੀ ਵਾਸਤੇ ਫੋਨ ਆ ਸਕਦਾ ਜਾਂ ਕਦੇ ਵੀ ਸਰਕਾਰ ਨੂੰ ਉਹਨਾਂ ਦੀ ਲੋੜ ਪੈਂਦੀ ਹੈ ਤਾਂ ਉਦੋਂ ਵੀ ਉਹਨਾਂ ਦੇ ਵਾਸਤੇ ਜਿਹੜਾ ਆਸ਼ਾ ਵਰਕਰ ਹੈ ਉਹ ਦਰ ਬਦਰ ਤਿਆਰ ਰਹਿੰਦੇ। ਔਰ ਜਿਸ ਤਰ੍ਹਾਂ ਕਰੋਨਾ ਕਾਲ ਦੇ ਦੌਰਾਨ ਆਸ਼ਾ ਵਰਕਰ ਨੇ ਇੱਕ ਅਹਿਮ ਡਿਊਟੀ ਨਿਭਾਈ ਹੈ ਔਰ ਆਸ਼ਾ ਵਰਕਰ ਅੱਜ ਭੁੱਖ ਹੜਤਾਲ ਤੇ ਬੈਠਣ ਨੂੰ ਜਾ ਰਿਹਾ ਔਰ ਪਹਿਲਾਂ ਵੀ ਉਹ ਧਰਨਾ ਜਿਹੜਾ ਪ੍ਰਦਰਸ਼ਨ ਉਹਨਾਂ ਦਾ ਜਾਰੀ ਹੈ। ਆਓ ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਕੀ ਕਹਿਣਾ ਚਾਹੁੰਦੇ। ਮੈਡਮ ਜੀ ਤੁਹਾਡਾ ਸਾਡੇ ਚੈਨਲ ਦੇ ਉੱਤੇ ਸਵਾਗਤ ਹੈ। ਅੱਜ ਜਿਹੜਾ ਤੁਸੀਂ ਇੱਕ ਮੀਟਿੰਗ ਕਰ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ? ਅਸੀਂ ਚੰਨੀ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਜੀ, ਸਾਨੂੰ 14 ਸਾਲ ਹੋ ਗਏ ਭਰਤੀ ਹੋਇਆਂ ਨੂੰ। ਇੱਕ ਪਾਸੇ ਸਰਕਾਰ ਰੀੜ੍ਹ ਦੀ ਹੱਡੀ ਕਹਿੰਦੀ ਆ, ਦਿਨ ਰਾਤ ਕੰਮ ਲਿਆ ਜਾਂਦਾ, ਕਰੋਨਾ ਵੈਕਸੀਨ ਦਾ ਵੀ ਸਭ ਕਾਸੇ ਸਾਰੇ ਸਰਵੇ ਦਾ 55 ਕੰਮ ਸਾਥੋਂ ਲੈ ਜਾਂਦੇ ਆ ਦਿਨ ਰਾਤ। ਤੇ ਇਨਸੈਂਟਿਵ ਦੇਣ ਵਾਲੀ ਸਰਕਾਰ ਪਿੱਛੇ ਨਹੀਂ ਜਾਂਦੀ ਆ। ਜਿੰਨਾ ਦੇ ਰਹੀ ਸੀ ਉਹਦੇ ਵਿੱਚ 2500 ਰੁਪਈਆ ਹੁਣ ਕੱਟ ਲੈਂਦੇ ਆ ਹਰ ਮਹੀਨੇ। ਕੰਮ ਸਾਡਾ ਇੰਨਾ ਵਧਾਤਾ ਕਿ ਸਾਨੂੰ ਘਰ ਦਾ ਕੰਮ ਵੀ ਕਰਨ ਦਾ ਟਾਈਮ ਹੈ ਨਹੀਂਗਾ ਸਾਡੇ ਕੋਲੇ। ਕੀ ਡਿਲੀਵਰੀ ਕੀ ਕਰੋਨਾ ਵੈਕਸੀਨ ਕੀ ਵਿੱਚ TV ਸਰਵੇ ਵਿੱਚ ਸਾਰੇ ਹੈਗੇ ਜਿੰਨਾ ਵੀ ਕੰਮ ਆ ਟੋਟਲ ਲਾ EPI ਤੱਕ ਸਾਰਾ ਕੁਛ ਦੇ ਸਾਨੂੰ ਸਰਕਾਰ ਕੁਛ ਵੀ ਨਹੀਂ ਰਹੇਗੀ। ਸਾਨੂੰ ਇੰਨੀ ਆਸ ਸੀਗੀ ਅਸੀਂ ਜੇ ਮਰਿੰਡੇ ਗਏ ਆ ਪੱਕੇ ਮੋਰਚੇ ਦੇ ਵੀ ਸਾਨੂੰ ਸਰਕਾਰ ਕੁਛ ਨਾ ਕੁਛ ਦੇ ਕੇ ਘਰ ਨੂੰ ਤੋਰੂਗੀ, ਵੀ ਸਾਰਿਆਂ ਦੀਆਂ ਮੰਗਾਂ ਮੰਨਦੇ ਸਾਡੀ ਵੀ ਮੰਗ ਮੰਨਣਗੇ, ਪਰ ਸਰਕਾਰ ਨੇ ਸਾਡੇ ਪੱਲੇ ਕੁਛ ਨਹੀਂ ਪਾਇਆ। ਹੁਣ ਵੀ ਸਾਨੂੰ ਸਾਡਾ ਪੱਕਾ ਮੋਰਚਾ ਲੱਗਾ ਹੋਇਆ। ਸਾਨੂੰ ਜਿੰਨਾ ਤੱਕ ਭਾਵੇਂ ਸਾਨੂੰ ਸਰਕਾਰ ਹਰਿਆਣਾ ਪੈਟਰਨ ਦੇ ਹੀ ਦੇਵੇ, ਪਰ ਜਿੰਨਾ ਤੱਕ ਸਾਨੂੰ ਵੱਜਵਾਂ ਮਾਣ ਭੱਤਾ ਨਹੀਂ ਦਿੰਦੀ, 22,000 ਆਸ਼ਾ ਵਰਕਰ ਨੂੰ 26,000 ਮਤਲਬ ਸਰਕਾਰ ਆਸ਼ਾ ਫੈਸਿਲਿਟੇਟਰ ਨੂੰ ਨਹੀਂ ਦਿੰਦੀ, ਉਨੀ ਚਿਰ ਤੱਕ ਅਸੀਂ ਉੱਠਣਾ ਨਹੀਂਗਾ। ਸਰਕਾਰ ਸਾਨੂੰ 14 ਸਾਲ ਹੋ ਗਏ, ਅੱਧੀ ਉਮਰ ਲੰਘ ਗਈ ਹੈ। ਸਾਨੂੰ ਇੰਨੀਆਂ ਆਸਾਂ ਸੀ ਸਰਕਾਰ ਤੋਂ, ਆਈ ਵਾਰ 5 ਸਾਲ ਕਹਿ ਦਿੰਦੇ ਆ ਅੱਜ ਸਾਨੂੰ ਆਹ ਦੇ ਦੇਣਗੇ, ਅੱਜ ਸਾਨੂੰ ਆਹ ਦੇਣਗੇ, ਪਰ ਹਾਲੇ ਤੱਕ ਸਾਡੇ ਹੱਥ ਪੱਲੇ ਕੁਛ ਵੀ ਨਹੀਂ ਆਇਆ। ਕੰਮ ਏਨਮ ਰੀੜ੍ਹ ਦੀ ਹੱਡੀ ਸਾਨੂੰ ਕਹਿੰਦੇ ਕੰਮ ਏਨਮ ਤੋਂ ਵੀ ਲਿਆ ਜਾਂਦਾ, ਕੰਮ ਇੱਕ ਸਟਾਫ ਨਰਸ ਤੋਂ ਵੀ ਲਿਆ ਜਾਂਦਾ, ਕੰਮ ਇੱਕ ਡਾਕਟਰ ਤੋਂ ਵੀ ਲਿਆ ਜਾਂਦਾ, ਸਾਰਿਆਂ ਦੀ ਪ੍ਰਮੋਸ਼ਨ ਹੁੰਦੀਆਂ ਪਰ ਸਾਡੀ ਕੋਈ ਪ੍ਰਮੋਸ਼ਨ ਨਹੀਂ। ਦਿਨ ਰਾਤ ਭਕਾਈ ਕਰ ਕਰਕੇ ਹੰਭ ਚੁੱਕੇ ਆ, ਅੱਕ ਚੁੱਕੇ ਆ, ਥੱਕ ਚੁੱਕੇ ਆ। ਸਾਡਾ ਵੀ ਪਰਿਵਾਰ ਆ, ਸਾਡਾ ਜੇ ਸਾਡੇ ਪਰਿਵਾਰ ਨੂੰ ਕੁਛ ਸਰਕਾਰ ਨਹੀਂ ਦੇਊਗੀ ਸਾਡਾ ਪਾਲਣ ਪੋਸ਼ਣ ਕਿਵੇਂ ਹੋਊਗਾ? ਮੈਡਮ ਆਪਾਂ ਗੱਲ ਕਰਦੇ ਹਾਂ ਹੁਣ ਜਿਹੜਾ ਤੁਹਾਡਾ ਲਾਸਟ ਵੀਕ ਜਿਹੜਾ ਧਰਨਾ ਚੱਲ ਰਿਹਾ ਤੇ ਉਹਦੇ ਤੇ ਤੁਹਾਨੂੰ ਕੋਈ ਜਿਸ ਤਰ੍ਹਾਂ ਚੰਨੀ ਸਰਕਾਰ ਕਹਿੰਦੀ ਕਿ ਅਸੀਂ ਵੱਖ-ਵੱਖ ਜਿਹੜੇ ਜਥੇਬੰਦੀਆਂ ਨੂੰ ਅਸੀਂ ਮਿਲ ਰਹੇ ਹਾਂ, ਕੀ ਤੁਹਾਡੇ ਕੋਲ ਹਜੇ ਤੱਕ ਸਰਕਾਰ ਦਾ ਨੁਮਾਇੰਦਾ ਪਹੁੰਚਿਆ? ਸਾਡੇ ਕੋਲ ਕੋਈ ਨੁਮਾਇੰਦਾ ਨਹੀਂ ਪਹੁੰਚਿਆ। ਸਾਡੇ ਦੀਦੀ ਸਾਰੇ ਮਤਲਬ ਲਾ ਕੇ ਆਏ, ਧਰਨਾ ਲਾ ਕੇ ਆਏ, ਪੱਕਾ ਮੋਰਚਾ ਰਾਤ ਇੱਕ ਰਹਿ ਕੇ ਆਏ ਆ। ਦੀਦੀ ਤਬੀਅਤ ਵੀ ਖਰਾਬ ਹੋਈ, ਬਿਮਾਰ ਹੋ ਗਏ ਆ। ਕਿਸੇ ਨੇ ਹੁਣ ਤੱਕ ਕੋਈ ਮੰਗ ਪੱਤਰ ਨਹੀਂ ਸਾਡਾ ਲਿਆ, ਕੋਈ ਗੱਲਬਾਤ ਨਹੀਂ ਸੁਣੀ, ਕੋਈ ਸਾਨੂੰ ਕਿਹਾ ਨਹੀਂ। ਮੀਟਿੰਗ ਦੇਤੀ, ਮੀਟਿੰਗ ਦੇ ਕੇ ਵੀ ਰੱਦ ਕਰਤੀ, ਸਾਨੂੰ ਕੁਝ ਨਹੀਂ ਦੱਸਿਆ ਕਿਸੇ ਨੇ। ਹੁਣ ਤੁਹਾਡਾ ਜਿਹੜਾ ਆਉਣ ਵਾਲਾ ਕੀ ਪਲਾਨ ਹੈ? ਆਉਣ ਬਾਰੇ ਸਾਡਾ ਉਨੀ ਚਿਰ ਮਤਲਬ ਪੱਕਾ ਮੋਰਚਾ ਨਹੀਂ ਚੱਕਿਆ ਜਾਊਗਾ ਜਿੰਨੀ ਦੇਰ ਸਰਕਾਰ ਹਰਿਆਣਾ ਪੈਟਰਨ ਬੇਸ਼ੱਕ ਦੇ ਦੇਵੇ, ਪਰ ਜਿੰਨਾ ਚਿਰ ਸਾਡਾ ਰੈਗੂਲਰ ਨਹੀਂ ਸਾਨੂੰ ਕਰ ਦੇਗੀ। ਸਾਨੂੰ ਵੱਜਵਾਂ ਮਾਣ ਭੱਤਾ 22,000 ਤੇ ਆਸ਼ਾ ਫੈਸਿਲਿਟੇਟਰ ਨੂੰ ਮਤਲਬ 28,000 ਨਹੀਂ ਦੇ ਰਹੀ, ਅਸੀਂ ਉਨੀ ਚਿਰ ਉੱਠਾਂਗੇ ਨਹੀਂ। ਠੀਕ ਮੈਡਮ ਕੀ ਮੰਗਾਂ ਨੂੰ ਲੈ ਕੇ ਜਿਹੜਾ ਤੁਹਾਡਾ ਹਜੇ ਤੱਕ ਕੋਈ ਸੁਣਾਈ ਹੋਈ ਕਿ ਨਹੀਂ? ਨਹੀਂ ਜੀ, ਸਾਡੀ ਅਜੇ ਤੱਕ ਕੋਈ ਸਰਕਾਰ ਕੋਈ ਸੁਣਾਈ ਨਹੀਂ ਹੋਈ, ਪਰ ਅਸੀਂ ਵਾਰ-ਵਾਰ ਧਰਨੇ ਮੁਜ਼ਾਹਰੇ ਲਾ ਰਹੇ ਹਾਂ। ਅਤੇ ਇਹੀ ਸਾਡੀ ਮੰਗ ਹੈ ਕਿ ਸਾਨੂੰ ਇੱਜ਼ਤ ਦੇ ਦਾਇਰੇ ਵਿੱਚ ਲਿਆ ਕੇ ਜੋ ਸਾਡਾ ਬਣਦਾ ਮਿਹਨਤਾਨਾ ਸਾਨੂੰ ਦਿੱਤਾ ਜਾਵੇ। ਅਸੀਂ ਵਾਰ-ਵਾਰ ਹੁਣ ਸਾਡਾ ਮਰਿੰਡੇ ਧਰਨਾ ਚੱਲ ਰਿਹਾ ਸੀ, ਉਸ ਤੋਂ ਬਾਅਦ ਸਾਡੇ ਧਰਨੇ ਜਾਰੀ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਸਰਕਾਰ ਨੂੰ ਮੂੰਹ ਤੋੜ ਜਵਾਬ ਦੇਵਾਂਗੇ ਜੇ ਸਰਕਾਰ ਨੇ ਸਾਡੀਆਂ ਇਹ ਮੰਗਾਂ ਨਾ ਮੰਨੀਆਂ, ਸਾਨੂੰ ਇੱਜ਼ਤ ਦੇ ਦਾਇਰੇ ਵਿੱਚ ਨਾ ਲਿਆਂਦਾ। ਕਿਉਂਕਿ ਅਸੀਂ 24 ਘੰਟੇ ਕੋਵਿਡ ਦੇ ਵਿੱਚ ਕੰਮ ਕੀਤਾ, ਇੰਨਾ ਕੰਮ ਕੀਤਾ ਕਿ ਸਾਨੂੰ ਆਪ ਨੂੰ ਵੀ ਆਪਦੀ ਸੋਝੀ ਨਹੀਂ ਰਹੀ। ਜਿਹੜੇ ਲੋਕਾਂ ਨੂੰ ਉਹਨਾਂ ਦੇ ਬੱਚੇ ਉਹਨਾਂ ਦੇ ਬਾਪ ਛੱਡ ਕੇ ਡੈੱਡ ਬੋਡੀਆਂ ਨੂੰ
ਚਲੇ ਗਏ, ਅਸੀਂ ਉਹਨਾਂ ਨੂੰ ਵੀ ਸੇਫ ਰੱਖ ਕੇ ਉੱਥੇ ਵੀ ਅਸੀਂ ਉਹਨਾਂ ਦਾ ਸਹਿਯੋਗ ਦਿੱਤਾ ਤੇ ਅਸੀਂ ਆਪ ਦੀ ਜ਼ਿੰਦਗੀ ਦੀ ਪਰਵਾਹ ਵੀ ਨਹੀਂ ਕੀਤੀ। ਪਰ ਸਾਨੂੰ ਸਾਡਾ ਕੁਝ ਵੀ ਇੱਜ਼ਤ ਦੇ ਦਾਇਰੇ 'ਚ ਨਹੀਂ ਲਿਆਂਦਾ, ਸਾਨੂੰ ਸਾਡਾ ਬਣਦਾ ਮਿਹਨਤਾਨਾ ਨਹੀਂ ਦਿੱਤਾ। ਹੁਣ ਸਾਨੂੰ 2500 ਰੁਪਏ ਸਰਕਾਰ ਦੇ ਰਹੀ ਸੀ, ਹੁਣ ਸਾਨੂੰ ਉਹ ਵੀ ਸਰਕਾਰ ਕਹਿ ਰਹੀ ਹੈ ਕਿ ਜਿਹੜੀ ਲੜਕੀ 3500 ਰੁਪਏ ਨਹੀਂ ਕਮਾ ਰਹੀ ਉਸ ਨੂੰ ਉਹ ਵੀ ਨਹੀਂ ਦਿੱਤਾ ਜਾਊਗਾ। ਇਸ ਪਿੱਛੇ ਸਾਡਾ ਰੋਸ ਬਹੁਤ ਵੱਡਾ ਹੈ। ਅਸੀਂ ਸਰਕਾਰ ਨੂੰ ਇਹ ਪੁੱਛਣਾ ਚਾਹੁੰਦੇ ਹਾਂ ਕਿ ਜਦ ਲੜਕੀਆਂ ਕੋਵਿਡ ਦੇ ਵਿੱਚ ਕੰਮ ਕਰ ਰਹੀਆਂ ਸੀ, ਦਿਨ ਰਾਤ ਕੰਮ ਕਰ ਰਹੀਆਂ ਸੀ, ਤੇ ਉਹਨਾਂ ਦਾ ਤਾਂ ਆਪਦੇ ਦੂਸਰੇ ਕੰਮਾਂ ਨੂੰ ਧਿਆਨ ਹੀ ਨਹੀਂ ਰਹਿ ਗਿਆ ਸੀ। ਇਸ ਕਰਕੇ ਅਸੀਂ ਉਹਨਾਂ ਨੂੰ ਚਾਹੁੰਦੇ ਹਾਂ ਵੀ ਸਾਨੂੰ ਸਾਡੀ ਇੱਜ਼ਤ ਦੇ ਦਾਇਰੇ 'ਚ ਲਿਆ ਕੇ ਸਾਡਾ ਬਣਦਾ ਹੱਕ ਸਾਨੂੰ ਦਿੱਤਾ ਜਾਵੇ। ਅਸੀਂ ਉਹਨਾਂ ਚਿਰ ਸੰਤੁਸ਼ਟ ਨਹੀਂ, ਸਾਡੇ ਧਰਨੇ ਮੁਜ਼ਾਹਰੇ ਜਾਰੀ ਰਹਿਣਗੇ, ਅਸੀਂ ਵੋਟਾਂ ਦੇ ਵਿੱਚ ਬਾਈਕਾਟ ਕਰਾਂਗੇ। ਮੇਰਾ ਨਾਮ ਸਿੰਬਲਜੀਤ ਕੌਰ, ਜ਼ਿਲ੍ਹਾ ਚੇਅਰਮੈਨ ਫਰੀਦਕੋਟ, ਆਲ ਇੰਡੀਆ ਆਸ਼ਾ ਵਰਕਰ ਫੈਡਰੇਸ਼ਨ ਸੱਜਣ ਗਰੁੱਪ। ਮੈਂ ਇਹੀ ਸਰਕਾਰ ਨੂੰ ਕਹਿਣੀ ਆ ਵੀ ਜਦੋਂ ਕਰੋਨਾ ਦੇ ਵਿੱਚ ਡਾਕਟਰਾਂ ਨੇ ਵੀ ਬੂਹੇ ਪੇਟ ਲਏ ਸੀਗੇ ਤੇ ਆਸ਼ਾ ਵਰਕਰ ਇੱਕ ਘਰਾਂ ਦੇ ਵਿੱਚ ਜਾ ਕੇ ਪੈਰਾਂ ਦੇ ਨਾਲ ਬੂਹੇ ਖੋਲ੍ਹ ਰਹੀ ਸੀ, ਉਦੋਂ ਆਸ਼ਾ ਵਰਕਰ ਦਿਸਦੀ ਸੀ ਸਰਕਾਰ ਨੂੰ। ਸਰਕਾਰ ਕਹਿੰਦੀ ਸੀ ਵੀ ਆਸ਼ਾ ਰੀੜ੍ਹ ਦੀ ਹੱਡੀ ਆ, ਪਰ ਅੱਜ ਸਰਕਾਰ ਨੂੰ ਇਹ ਪੁੱਛਿਆ ਜਾਵੇ ਕਿ ਆਸ਼ਾ ਵਰਕਰ ਨੂੰ ਤੁਸੀਂ ਦੇ ਕੀ ਰਹੇ ਹੋ? ਕੁਛ ਵੀ ਨਹੀਂ। ਜੋ ਕਿ ਕੋਵਿਡ ਦਾ 2500 ਰੁਪਇਆ ਦੇ ਰਹੇ ਸੀਗੇ, ਉਹ ਵੀ ਉਹਨਾਂ ਨੇ ਇੱਕ ਲੈਟਰ ਪਿੱਛੇ ਜੇ ਕੱਢਤੀ ਆ ਵੀ ਜਿਹੜੀ ਵੀ ਕਿਸੇ ਕੁੜੀ ਦਾ 3500 ਤੋਂ ਘੱਟ ਅਸੈਂਟਿਵ ਬਣੂਗਾ ਉਹਨੂੰ 2500 ਰੁਪਇਆ ਨਹੀਂ ਦਿੱਤਾ ਜਾਊਗਾ। ਜੇਕਰ ਸਰਕਾਰ ਸਾਡੇ ਨਾਲ ਇੱਦਾਂ ਹੀ ਕਰੂਗੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਗਲੇ ਮਹੀਨੇ ਤੋਂ ਸਾਡਾ ਇਹ ਕਰੋਨਾ ਦਾ ਜਿਹੜਾ ਹੋਊਗਾ ਕੰਮ ਉਸ ਤੋਂ ਬਾਈਕਾਟ ਕਰਾਂਗੇ। ਮੈਡਮ ਹੁਣ ਤੁਹਾਡੀ ਮੁੱਖ ਮੰਗ ਕੀ ਆ? ਮੁੱਖ ਮੰਗ ਇਹੀ ਹੈ ਵੀ ਸਾਨੂੰ ਉਜਰਤ ਦੇ ਕਾਨੂੰਨ ਦੇ ਦਾਇਰੇ ਦੇ ਵਿੱਚ ਲਿਆਂਦਾ ਜਾਵੇ। ਜੇਕਰ ਸਰਕਾਰ ਸਾਨੂੰ ਵੀ ਨਹੀਂ ਕੋਈ ਉਹ ਕਰਦੀ ਕਿ ਸਾਨੂੰ ਭਾਵੇਂ ਹਰਿਆਣਾ ਪੈਟਰਨ ਲਾਗੂ ਕਰੋ ਜਾਂ ਸਾਡਾ 22000 ਰੁਪਇਆ ਆਸ਼ਾ ਤੇ 26000 ਰੁਪਇਆ ਆਸ਼ਾ ਫੈਸੀਲੇਟਰ ਨੂੰ ਫਿਕਸ ਕੀਤਾ ਜਾਵੇ। ਜੇ ਹੁਣ ਤੁਹਾਡੀ ਮੰਗ ਨਹੀਂ ਮੰਗ, ਤੁਹਾਡਾ ਅਗਲਾ ਸਟੈਪ ਕੀ ਹੋਊਗਾ? ਜੇਕਰ ਸਰਕਾਰ ਸਾਡਾ ਇਹ ਮੰਗ ਨਾ ਮੰਗੂਗੀ, ਆਉਣ ਵਾਲੇ ਸਮੇਂ ਦੇ ਵਿੱਚ ਵੋਟਾਂ ਦੇ ਵਿੱਚ ਅਸੀਂ ਖੱਲਰ ਪਾਵਾਂਗੇ ਤੇ ਜਿਹੜੇ ਸਾਡੇ ਸੰਘਰਸ਼ ਹੋਣਗੇ ਇਦੋਂ ਵੀ ਤਿੱਖੇ ਹੋਣਗੇ। ਮੈਂ ਗੁਰਮੀਤ ਕੌਰ ਜੀ, ਜ਼ਿਲ੍ਹਾ ਜਨਰਲ ਸਕੱਤਰ ਬੋਲਦੀ ਹਾਂ ਜੀ। ਮੈਡਮ ਕਿਸ ਮੰਗਾਂ ਨੂੰ ਲੈ ਕੇ ਜਿਹੜਾ ਤੁਹਾਡਾ ਸੰਘਰਸ਼ ਜਾਰੀ ਹੈ? ਸਾਡਾ ਜੀ ਅਸੀਂ ਮਤਲਬ ਕਿ ਜਦੋਂ ਤੋਂ ਅਸੀਂ ਭਰਤੀ ਹੋਏ, ਸਾਨੂੰ 14 ਸਾਲ ਹੋ ਚੱਲੇ ਭਰਤੀ ਹੋਇਆਂ ਨੂੰ, ਸਾਨੂੰ ਸਰਕਾਰ ਨੇ ਕੁਝ ਵੀ ਨਹੀਂ ਦਿੱਤਾ ਤੇ ਸਾਡਾ ਡਿਊਟੀ ਦਾ ਕੋਈ ਟਾਈਮ ਨਹੀਂ। ਹਰ ਇੱਕ ਮੁਲਾਜ਼ਮ ਦਾ ਡਿਊਟੀ ਦਾ ਟਾਈਮ ਆ 8 ਘੰਟੇ ਦਾ ਟਾਈਮ ਆ, ਪਰ ਜਿਹੜੀ ਸਾਡੀ ਡਿਊਟੀ ਸਾਡੀ 24 ਘੰਟੇ ਹੀ ਡਿਊਟੀ ਹੈ ਜੀ। ਕੋਈ ਸਾਡੀ ਡਿਊਟੀ ਦਾ ਟਾਈਮ ਨਹੀਂ, ਪਰ ਸਾਨੂੰ ਡਿਊਟੀ ਦੇ ਹਿਸਾਬ ਨਾਲ ਦਿੱਤਾ ਕੁਝ ਵੀ ਨਹੀਂ ਜਾਂਦਾ। ਤੇ ਆ ਹੁਣ ਪਿੱਛੇ ਜੇ ਸਰਕਾਰ ਨੇ ਚਿੱਠੀ ਕੱਢੀ ਆ ਕਿ ਜਿਹੜੀ ਵੀ ਆਸ਼ਾ ਹੈਗੀ 3500 ਰੁਪਇਆ ਨਹੀਂ ਬਣਾਉਂਦੀ, ਉਹਦਾ ਜਿਹੜਾ ਕਰੋਨਾ ਦਾ 2500 ਰੁਪਇਆ ਪੈਂਦਾ ਸੀ, ਉਹਦਾ ਇਹ ਮਤਲਬ ਕਿ ਇਹ 2500 ਰੁਪਇਆ ਨਹੀਂ ਪਾਇਆ ਜਾਊਗਾ। ਪਰ ਸਾਨੂੰ ਜਿਹੜਾ ਤੁਸੀਂ 3500 ਰੁਪਏ ਦੀ ਗੱਲ ਕਰ ਰਹੇ ਹੋ, ਹਰੇਕ ਆਸ਼ਾ ਵਰਕਰ 3500 ਰੁਪਏ ਨਹੀਂ ਪਾਉਂਦੀ, ਉਹਦਾ ਕੀ ਕਾਰਨ ਹੈ? ਉਹ ਕੀ ਮਤਲਬ ਹੈਗਾ? 3500 ਰੁਪਇਆ ਮੰਥਲੀ ਕਹਿ ਰਹੇ ਆ ਜੀ ਕਿ 3500 ਰੁਪਇਆ ਜਿਹੜਾ ਮੰਥਲੀ ਪਰਮਾਨੈਂਟ ਇਹਨਾਂ ਨੇ ਬਣਾਉਣਾ ਹੀ ਬਣਾਉਣਾ। ਕਈ ਵਾਰ ਚਲੋ ਕਿਸੇ ਮਹੀਨੇ ਕਿਸੇ ਦੀ ਕੋਈ ਡਿਲੀਵਰੀ ਨਹੀਂ ਹੁੰਦੀ, ਕੋਈ ਪ੍ਰੈਗਨੈਂਟ ਨਹੀਂ ਹੁੰਦੀ, ਕਈ ਵਾਰ 3500 ਰੁਪਇਆ ਨਹੀਂ ਵੀ ਮਿਲ ਰਿਹਾ, ਪਰ ਜਿਹੜਾ 2500 ਰੁਪਇਆ ਕਰੋਨਾ ਦਾ ਮਿਲ ਰਿਹਾ ਜੀ, ਇਹ ਸਰਕਾਰ ਸਾਨੂੰ ਕਰੋਨਾ ਦਾ 2500 ਰੁਪਇਆ ਦੇ ਰਹੀ ਸੀ ਜੋ ਕਿ ਇਹਨਾਂ ਨੇ ਇਹ ਵੀ ਕੱਟ ਲਿਆ ਹੈ ਕਿ ਜਿਹੜੀ ਆਸ਼ਾ 3500 ਰੁਪਇਆ ਮੰਥਲੀ ਨਹੀਂ ਕਮਾਵੇਗੀ ਉਹਦਾ 2500 ਰੁਪਇਆ ਵੀ ਨਹੀਂ ਪਾਇਆ ਜਾਣਾ। ਠੀਕ ਹੈ ਜੀ। ਤੇ ਮੈਡਮ ਕੀ ਨਾਮ ਹੈ ਤੁਹਾਡਾ? ਮੈਂ ਮਨਜੀਤ ਕੌਰ, ਬਲਾਕ ਪ੍ਰਧਾਨ ਜੈਤੋ। ਠੀਕ ਹੈ। ਤੇ ਮੈਡਮ ਜਿਹੜਾ ਤੁਹਾਡਾ ਸੰਘਰਸ਼ ਹੈ ਹੁਣ ਕਿੱਥੇ ਜੇ ਚਲਾ ਗਿਆ? ਸੰਘਰਸ਼ ਜੀ ਸਾਡਾ ਤਾਂ ਇਸ ਤਰ੍ਹਾਂ ਹੈਗਾ ਵੀ ਜੇ ਅਸੀਂ ਭੁੱਖ ਹੜਤਾਲ ਤੇ ਕੱਲ ਸਾਡੀ ਫਰੀਦਕੋਟ ਜ਼ਿਲ੍ਹੇ ਤੇ ਭੁੱਖ ਹੜਤਾਲ ਹੈ ਜੀ, ਤੇ 13 ਤਰੀਕ ਨੂੰ ਸਾਡੀ ਬਠਿੰਡੇ ਹੈ ਜੀ। ਜਿਹੜੀ ਭੁੱਖ ਹੜਤਾਲ ਤੁਹਾਡੀ ਹੈਗੀ ਆ ਉਹ ਇੱਕ ਦਿਨ ਦੀ ਹੈ ਜਾਂ ਮਤਲਬ? ਇੱਕ ਦਿਨ ਦੀ ਹੈ ਸਰ। ਠੀਕ ਹੈ। ਤੇ ਫਿਰ ਜੇ ਤੁਹਾਡੀ ਕੱਲ ਭੁੱਖ ਹੜਤਾਲ ਵੇਲੇ ਨਾ ਸੁਣੀ ਗਈ ਤਾਂ ਫਿਰ ਤੁਹਾਡਾ ਅਗਲਾ ਸਟੈਪ ਕੀ ਹੋਊਗਾ? ਅਗਲਾ ਸਟੈਪ ਸਾਡਾ ਜੀ ਇਸ ਤਰ੍ਹਾਂ ਹੀ ਜਾਰੀ ਰਹੂਗਾ ਤੇ ਸਾਡੀ ਆਰ-ਪਾਰ ਦੀ ਸਰਕਾਰ ਨਾਲ ਲੜਾਈ ਰਹੂਗੀ। ਜੇ ਸਰਕਾਰ ਸਾਡੀਆਂ ਜਿਹੜੀਆਂ ਮੰਗਾਂ ਮੰਨੀਆਂ ਹੋਈਆਂ ਉਹ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ ਤਾਂ ਸਾਡਾ ਪਤਾ ਨਹੀਂ, ਅਸੀਂ ਇਸ ਤਰ੍ਹਾਂ ਹੀ ਪੰਜਾਬ ਸਰਕਾਰ ਦੇ ਖਿਲਾਫ। ਠੀਕ ਹੈ। ਜਿਹੜਾ ਸੰਘਰਸ਼ ਚੱਲ ਰਿਹਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਇਕਬਾਲ ਸਿੰਘ ਦੀ ਕਲਾਸ 4 ਗੌਰਮੈਂਟ ਐਮਪਲਾਈ ਯੂਨੀਅਨ ਦਾ ਜ਼ਿਲ੍ਹਾ ਜਨਰਲ ਸਕੱਤਰ। ਅਸੀਂ ਸਰਕਾਰ ਤੋਂ ਜਿਹੜਾ ਦਸੰਬਰ 2016 ਦੇ ਵਿੱਚ ਐਕਟ ਬਣਾਇਆ ਸੀ ਬਰਾਬਰ ਕੰਮ ਬਰਾਬਰ ਤਨਖਾਹ ਬਰਾਬਰ ਉਜਰਤ, ਉਹਨੂੰ ਲਾਗੂ ਕੀਤਾ ਜਾਵੇ। ਕੱਚੇ ਮੁਲਾਜ਼ਮ ਜਿਹੜੇ ਪੱਕੇ ਕੀਤੇ ਜਾਣ, ਜਿਹੜੇ ਅਮਾਨ ਭੱਤੇ ਵਾਲੇ ਵਰਕਰ ਆ ਉਹਨਾਂ ਦਾ ਵੱਜਵਾਂ ਮਾਣ ਭੱਤਾ ਦਿੱਤਾ ਜਾਵੇ, ਜਾਂ ਹਰਿਆਣਾ ਪੈਟਰਨ 'ਤੇ ਜਿਹੜੇ ਦਿੰਦੇ ਆ ਹਰਿਆਣਾ ਪੈਟਰਨ ਦਿੰਦੇ ਉਹ ਕੀਤਾ ਜਾਵੇ। ਤੁਸੀਂ ਹੁਣ ਜਿਹੜਾ ਆਪਣੀ ਫੈਡਰੇਸ਼ਨ ਵੱਲੋਂ ਇਹਨਾਂ ਨੂੰ ਹੈਲਪ ਦੇ ਰਹੇ ਹੋ? ਹਾਂਜੀ, ਸਾਡਾ ਸੰਘਰਸ਼ ਹੈ ਜਿਹੜਾ 16 ਅਕਤੂਬਰ ਤੋਂ ਚੱਲ ਰਿਹਾ ਜੀ। ਸਾਂਝਾ ਸੰਘਰਸ਼ ਹੈ ਇਹ ਪੰਜਾਬ ਯੂਟੀ ਤੇ ਪੈਨਸ਼ਨਰ ਦਾ ਤੇ ਮੁਲਾਜ਼ਮਾਂ ਦਾ। ਉਹਦੇ ਵਿੱਚ ਕੱਚੇ ਪੱਕੇ ਸਾਰੇ ਮੁਲਾਜ਼ਮ ਆਉਂਦੇ ਨੇ, ਉਹ ਸਾਂਝਾ ਸਾਡਾ ਐਕਸ਼ਨ ਹੈ ਕਿ ਸਾਂਝੀਆਂ ਮੰਗਾਂ ਨੇ ਸਾਡੇ ਕੋਲ। ਠੀਕ ਹੈ।
ਸੋ ਉਹ ਇਹ ਹੁਣ ਤੁਸੀਂ ਦੇਖਿਆ ਕਿ ਆਸ਼ਾ ਵਰਕਰਾਂ ਨੇ ਆਪਣਾ ਜਿਹੜਾ ਦੁੱਖ ਰੋਇਆ, ਔਰ ਮੈਂ ਹੁਣ ਤੁਹਾਡੀ ਗੱਲਬਾਤ ਕਰਾ ਰਿਹਾ ਜੋ ਪੰਜਾਬ ਦੇ ਪ੍ਰਧਾਨ ਆਸ਼ਾ ਵਰਕਰ ਮੈਡਮ ਅਮਰਜੀਤ ਕੌਰ, ਜੋ ਕਿ ਇੱਕ ਸੰਘਰਸ਼ ਤੌਰ ਦੇ ਉੱਤੇ ਜਿਹੜਾ ਆਪਣਾ ਸੰਘਰਸ਼ ਕੀਤਾ ਔਰ ਅੱਜ ਉਹ ਬੈੱਡ ਰੈਸਟ ਤੇ ਹਨ, ਔਰ ਬੈੱਡ ਰੈਸਟ ਕਾਰਨ ਵੀ ਹੁਣ ਵੀ ਉਹ ਸੰਘਰਸ਼ ਦੇ ਵਿੱਚ ਜਾਰੀ ਹੈ। ਆਪਾਂ ਗੱਲਬਾਤ ਕਰਦੇ ਮੈਡਮ ਨਾਲ। ਮੈਡਮ ਕੀ ਕਹਿਣਾ? ਮੈਡਮ ਜੀ, ਤੁਹਾਡਾ ਚੈਨਲ ਦੇ ਵਿੱਚ ਸਾਡੇ ਸਵਾਗਤ ਹੈ। ਤੁਸੀਂ ਕੀ ਨਾਮ ਹੈ ਤੁਹਾਡਾ? ਮੈਂ ਸੂਬਾ ਪ੍ਰਧਾਨ ਅਮਰਜੀਤ ਕੌਰ, ਪਿੰਡ ਰਣ ਸਿੰਘ ਵਾਲਾ, ਡਿਸਟ੍ਰਿਕਟ ਫਰੀਦਕੋਟ, ਗਰੁੱਪ ਪਿੱਟਕ ਜੀ। ਮੈਡਮ, ਜਿਹੜਾ ਤੁਹਾਡਾ ਸੰਘਰਸ਼ ਚੱਲ ਰਿਹਾ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਇਹਦੇ ਬਾਰੇ ਜੀ ਤਕਰੀਬਨ ਸਾਨੂੰ 14 ਸਾਲ ਹੋ ਗਏ ਆਸ਼ਾ ਵਰਕਰ ਭਰਤੀ ਹੋਈਆਂ ਨੂੰ, ਤੇ ਸਾਡਾ ਸੰਘਰਸ਼ ਤਕਰੀਬਨ ਕਾਂਗਰਸ ਸਰਕਾਰ ਦੇ ਆਉਣ ਤੋਂ ਹੀ ਚੱਲ ਰਿਹਾ, ਕਿਉਂਕਿ ਸਾਨੂੰ ਹਰ ਵਕਤ ਅਣਦੇਖਿਆ ਕੀਤਾ ਜਾ ਰਿਹਾ ਤੇ ਇਸ ਸੰਘਰਸ਼ਾਂ ਦੇ ਕੋਈ ਜ਼ਿਆਦਾ ਸਿੱਟੇ ਨਾ ਨਿਕਲੇ। ਅਸੀਂ ਰੈਲੀਆਂ ਮੁਜ਼ਾਹਰੇ ਬਹੁਤ ਕੀਤੇ ਤੇ ਸਾਨੂੰ ਮੁਲਾਜ਼ਮਾਂ ਨੂੰ ਸਾਂਝੇ ਫਰੰਟ ਤੋਂ ਪੈਨਸ਼ਨ ਯੂਨੀਅਨ ਨੂੰ ਤੇ ਸਾਂਝੇ ਮੁਲਾਜ਼ਮਾਂ ਨੂੰ ਸਾਨੂੰ ਇੱਕ ਪੱਕਾ ਮੋਰਚਾ ਮਜਬੂਰੀ 'ਚ ਲਾਉਣਾ ਪਿਆ, ਕਿਉਂਕਿ ਉਸ ਪੱਕੇ ਮੋਰਚੇ ਦੇ ਦਰਮਿਆਨ ਉਸ ਸਮੇਂ ਕੈਪਟਨ ਸਰਕਾਰ ਇੱਕ ਸਾਈਡ ਤੇ ਹੋ ਗਈ ਤੇ ਚੰਨੀ ਸਰਕਾਰ ਦਾ ਚਿਹਰਾ ਉਹਨਾਂ ਨੇ ਅੱਗੇ ਲਿਆਂਦਾ ਤੇ ਅਸੀਂ ਬੜੀ ਉਮੀਦ ਰੱਖੀ ਸੀ, ਕਿਉਂਕਿ ਚੰਨੀ ਸਾਹਿਬ ਕਹਿ ਰਹੇ ਆ ਵੀ ਮੈਂ ਗਰੀਬਾਂ ਦਾ ਮੰਤਰੀ ਆ, ਤੇ ਅਸੀਂ ਬੜੀਆਂ ਆਸਾਂ ਲੈ ਕੇ ਗਏ ਸੀ। ਸਾਡੀ ਫੈਡਰੇਸ਼ਨ ਵੱਲੋਂ 24 ਤੇ 25 ਤਰੀਕ ਦੀ ਵਾਰੀ ਸੀ। ਅਸੀਂ ਉਸ ਮੋਰਚੇ ਦੇ ਵਿੱਚ ਜਦੋਂ ਗਏ ਤਾਂ ਸਾਡੇ ਪੰਜਾਬ ਦੀਆਂ ਆਸ਼ਾ ਵਰਕਰ ਬੀਬੀਆਂ, ਕਈਆਂ ਦੇ ਤਾਂ ਵਰਤ ਰੱਖੇ ਹੋਏ ਸੀ, ਉਹ ਜਿਹੜੀ ਪਰੰਪਰਾ ਅਨੁਸਾਰ ਆਪਾਂ ਕਹਿੰਦੇ ਆ ਵੀ ਜਿਹੜੀ ਬੀਬੀ ਨੇ ਵਰਤ ਰੱਖਿਆ ਹੁੰਦਾ ਨਾ, ਆਪਣੇ ਪਤੀ ਦਾ ਮੂੰਹ ਦੇਖੇ ਵੀ ਨਾ ਵਰਤ ਨਹੀਂ ਤੋੜਦੀ, ਤਾਂ ਅਸੀਂ ਆਸ ਰੱਖੀ ਉਸ ਮੋਰਚੇ 'ਚ ਜਾ ਕੇ ਵੀ ਚੰਨੀ ਸਾਹਿਬ ਜੀ ਸਾਡੇ ਕੋਲ ਆਉਣਗੇ, ਸਾਡੀਆਂ ਬੀਬੀਆਂ ਦੇ ਵਰਤ ਆ ਉਹ ਘਰਾਂ ਨੂੰ ਵਾਪਸ ਜਾਣਗੀਆਂ ਮੋਰਚੇ 'ਚੋਂ। ਸਾਨੂੰ ਕੋਈ ਉਮੀਦ ਲੈ ਕੇ ਗਏ ਸੀ, ਸਾਨੂੰ ਕੋਈ ਸਾਡੇ ਤੇ ਕੋਈ ਉਹ ਸਕੀਮ ਵਰਕਰਾਂ ਤੇ ਕੋਈ ਹਰਿਆਣਾ ਪੈਟਰਨ ਹੀ ਲਾਗੂ ਕਰੂਗਾ, ਪਰ ਚੰਨੀ ਸਾਹਿਬ ਦੇ ਦਰਬਾਰ ਤੇ ਅਸੀਂ ਸਿਰਫ 2 ਕਿਲੋਮੀਟਰ ਦੀ ਦੂਰੀ ਤੇ ਬੈਠੇ ਰਹੇ ਭੁੱਖੇ ਧਿਆਏ, ਤੇ ਸਾਡੀਆਂ ਬੀਬੀਆਂ ਨੇ ਬਿਨਾਂ ਵਰਤ ਪਾਰ ਕੀਤਿਆਂ ਆਪਣੇ ਪਤੀਆਂ ਦੇ ਚਿਹਰਿਆਂ ਤੋਂ ਬਿਨਾਂ ਹੀ ਸਾਰੀ ਰਾਤ ਉੱਥੇ ਚੰਨੀ ਸਾਹਿਬ ਦੀ ਵੇਟ 'ਚ ਲੰਘਾਈ ਤੇ ਸਾਡੀਆਂ ਉਮੀਦਾਂ ਤੇ ਉਹਨਾਂ ਨੇ ਪਾਣੀ ਫੇਰਿਆ। ਤੇ ਉਸ ਰੈਲੀ ਦੇ ਵਿੱਚ ਮੇਰੀ ਤਬੀਅਤ ਵੀ ਬਹੁਤ ਖਰਾਬ ਹੋ ਗਈ ਸੀ, ਤੇ ਅਸੀਂ ਪਰ ਸਰਕਾਰ ਨੂੰ ਧਿਆਨ 'ਚ ਸਰਕਾਰ ਦੇ ਲਿਆਉਣੇ ਆ ਵੀ ਅਸੀਂ ਕੋਈ ਝੱਖੜ ਝੋਲੇ ਨੇਰੀਆਂ ਆਈ ਜਾਣ, ਸਾਡੇ ਸੰਘਰਸ਼ ਇਸੇ ਤਰ੍ਹਾਂ ਹੀ ਜਾਰੀ ਰਹਿਣਗੇ, ਕਿਉਂਕਿ ਜਿੰਨੀ ਦੇਰ ਇਹ ਸਰਕਾਰ ਮੀਟਿੰਗਾਂ ਦੇ ਰਹੀ ਆ ਸਾਡੇ ਮੋਰਚੇ ਤੇ ਸਾਡੇ ਕਨਵੀਨਰਾਂ ਨੂੰ, 16 ਕਨਵੀਨਰ ਬਹੁਤ ਸੂਝਵਾਨ ਕਨਵੀਨਰ ਆ ਜਿਹੜੇ ਅਗਵਾਈ ਭਰ ਰਹੇ ਆ ਪੱਕੇ ਮੋਰਚੇ ਦੀ। ਸਾਡੀ ਫੈਡਰੇਸ਼ਨ ਵੱਲੋਂ ਸਾਡੇ ਲਵਾਣਾ ਸਾਹਿਬ ਜੀ, ਦਰਸ਼ਨ ਲਵਾਣਾ ਸਾਹਿਬ ਜੀ, ਬਹੁਤ ਵੱਡੀ ਮੁਲਾਜ਼ਮਾਂ ਦੀ ਪੇ ਕਮਿਸ਼ਨ ਤੇ ਪੈਨਸ਼ਨਰਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰਨ ਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਤੇ ਆਊਟਸੋਰਸਿੰਗ ਖਤਮ ਕਰਨ ਤੇ ਸਕੀਮ ਵਰਕਰਾਂ ਦੇ ਵਿੱਚ ਆਸ਼ਾ ਵਰਕਰ 'ਚ ਪੈਣਾ, ਆਂਗਨਵਾੜੀ ਵਰਕਰ 'ਚ ਪੈਣਾ, ਮਿਡ ਡੇ ਮੀਲ, ਇਹਨਾਂ ਦੇ ਉਜਰਤ ਤੇ ਕਾਨੂੰਨ ਲਾਗੂ ਕਰਨ ਲਈ ਪੱਕਾ ਮੋਰਚਾ ਰੱਖਿਆ ਵਾ। ਇਹ ਪੱਕਾ ਮੋਰਚਾ ਉਨੀ ਦੇਰ ਹੀ ਜਾਰੀ ਰਹੂਗਾ ਜਿੰਨੀ ਦੇਰ ਸਾਡੀਆਂ ਮੰਗਾਂ ਇਹ ਸਰਕਾਰ ਸਾਡੇ ਅੱਗੇ ਨਹੀਂ ਲਿਆਉਂਦੀ, ਸਾਡਾ ਟਾਕ ਟੇਬਲ ਕਰਕੇ ਸਾਡੇ ਹੱਲ ਨਹੀਂ ਕਰਦੀ। ਮੀਟਿੰਗਾਂ ਮਿਲ ਰਹੀਆਂ, ਮੀਟਿੰਗਾਂ 'ਚ ਆਲ ਮਟੋਲ ਕੀਤੀ ਜਾਂਦੀ ਆ। ਚੰਨੀ ਸਾਹਿਬ ਬੜੇ ਦਿਲਾਸੇ ਦਿੰਦੇ ਆ। 25 ਤਰੀਕ ਨੂੰ ਇੱਕ ਮੀਟਿੰਗ ਹੋਈ ਤਾਂ ਉੱਥੇ ਉਹਨਾਂ ਨੇ ਬੋਲਿਆ, ਕੈਬਨਿਟ ਮੀਟਿੰਗ ਦੇ ਵਿੱਚ ਕੈਬਨਿਟ ਮੰਤਰੀਆਂ ਨੇ ਬੋਲਿਆ ਕਿ ਬੀਬੀਆਂ ਨੂੰ ਅਸੀਂ ਉਜਰਤ ਦੇ ਨਹੀਂ ਸਕਦੇ। ਅਸੀਂ ਪੁੱਛਦੇ ਹਾਂ ਸਰਕਾਰ ਨੂੰ ਵੀ ਕਾਨੂੰਨ ਕਹਿੰਦਾ, ਅਸੀਂ ਚੰਨੀ ਸਾਹਿਬ ਨੂੰ ਕਹਿੰਦੇ ਵੀ ਕਾਨੂੰਨ ਕਹਿੰਦਾ ਇੱਕ ਇਨਸਾਨ ਨੂੰ ਜਿਉਣ ਲਈ ਘੱਟੋ ਘੱਟ ਉਜਰਤ ਤੇ ਕਾਨੂੰਨ ਲਾਗੂ ਹੋਣਾ ਚਾਹੀਦਾ, ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਹੋਣੀ ਚਾਹੀਦੀ ਆ, ਤੇ ਸਾਨੂੰ ਵਰਕਰਾਂ ਨੂੰ ਕਿਉਂ ਨਹੀਂ ਕਾਨੂੰਨ ਦੇ ਦਾਇਰੇ ਵਿੱਚ ਲਿਆਉਂਦੇ ਇਹ। ਤੇ ਅਸੀਂ ਸਰਕਾਰ ਨੂੰ ਇਹ ਚੇਤਾਵਨੀ ਦਿੰਦੇ ਆ ਵੀ ਸਾਡਾ ਮੋਰਚਾ ਇਸੇ ਤਰ੍ਹਾਂ ਜਾਰੀ ਰਹੂਗਾ। ਪੱਕੇ ਮੋਰਚੇ ਦੇ ਵਿੱਚ ਲਗਾਤਾਰ 16 ਤਰੀਕ ਤੋਂ ਸਾਡਾ ਪੱਕਾ ਮੋਰਚਾ ਚੱਲ ਰਿਹਾ ਹੈਗਾ, ਤੇ ਉਹਦੇ ਵਿੱਚ ਹਜੇ ਤੱਕ ਕੋਈ ਨੇੜ ਨਹੀਂ ਗੱਲ ਹੋਏਗੀ ਮੁਲਾਜ਼ਮਾਂ ਲਈ, ਨਾ ਸਕੀਮ ਵਰਕਰਾਂ ਲਈ, ਨਾ ਆਊਟਸੋਰਸਿੰਗ ਲਈ। ਕਾਗਜ਼ਾਂ ਦੇ ਵਿੱਚ ਕਹਿ ਰਿਹਾ ਮੈਂ ਰੈਗੂਲਰ ਭਰਤੀਆਂ ਚਾਲੂ ਕਰੂੰ, ਮੈਂ 2 ਲੱਖ ਭਰਤੀ ਚਾਲੂ ਕਰੂੰਗਾ। ਜਿੱਥੇ ਮੈਂ ਤੁਹਾਡੀ ਗੱਲ ਕਰਦਾ, ਜਿੱਥੇ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਬੇਟੀ ਪੜਾਓ ਬੇਟੀ ਪੜਾਓ, ਜੇ ਬੇਟੀ ਪੜ੍ਹ ਗਈ, ਬੇਟੀ ਪੜ੍ਹ ਲੇਗੀ, ਫਿਰ ਉਹਨੂੰ ਨੌਕਰੀ ਨਹੀਂ ਦੇਗੀ ਸਰਕਾਰ, ਉਹਦੇ ਬਾਰੇ ਤੁਸੀਂ ਕੀ ਕਹਿੰਦੇ? ਉਹਦੇ ਬਾਰੇ ਅਸੀਂ ਕਹਿੰਦੇ ਵੀ ਇਹ ਸਭ ਇਹਨਾਂ ਦੀ ਜਿਹੜੀ ਮੂੰਹ ਬੋਲੀ ਆ, ਇਹ ਸਭ ਕਰਨ ਕਰਾਉਣ ਦੀਆਂ ਗੱਲਾਂ, ਦੇਖਣ ਦੀਆਂ ਨਹੀਂ ਹੈਗੀਆਂ। ਤੇ ਸਰਕਾਰ ਇਹ ਕਹਿ ਰਹੀ ਹੈ ਨੰਨੀਆਂ ਸੜਕਾਂ ਤੇ ਤਾਂ ਰੁਲੀ ਜਾਂਦੀਆਂ ਹੈਗੀਆਂ, ਉਹ ਕਿਵੇਂ ਆਪਣੇ ਬੱਚੇ ਪਾਲਣ? ਸਰਕਾਰ ਦੇ ਕੋਟਿਆਂ ਨੂੰ ਉੱਚੇ ਕਰੀ ਜਾਂਦੀਆਂ। ਆਂਗਣਵਾੜੀ ਵਰਕਰ ਨੇ ਕਿੱਡਾ ਕੋਟਾ ਸਰਕਾਰ ਦਾ ਉੱਚਾ ਕੀਤਾ, ਆਸ਼ਾ ਵਰਕਰ ਨੇ ਜੱਚਾ ਬੱਚਾ ਦੀ, ਸਿਰਫ ਆਸ਼ਾ ਵਰਕਰ ਨੂੰ ਜੱਚਾ ਬੱਚਾ ਦੀ ਮੌਤ ਦਰ ਬਚਾਉਣ ਲਈ ਰੱਖਿਆ ਸੀ। ਜਿਸ ਟਾਈਮ ਅਸੀਂ ਭਰਤੀ ਹੋਏ ਸੀ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ, ਵਰਲਡ ਦੇ ਵਿੱਚ ਜੱਚਾ ਬੱਚਾ ਦੀ ਮੌਤ ਬਹੁਤ ਹੋ ਰਹੀ ਸੀ। ਉਹਨਾਂ ਨੇ ਨੇੜਤਾ ਵਾਲੀਆਂ ਕੁੜੀਆਂ ਪਿੰਡਾਂ 'ਚ ਚੱਕ ਕੇ ਲੋਕਾਂ ਨਾਲ ਜਿਨ੍ਹਾਂ ਦਾ ਜ਼ਿਆਦਾ ਰਾਬਤਾ ਸੀ ਉਹ ਭਰਤੀ ਕਰ ਲਈਆਂ, ਤੇ ਜੱਚਾ ਤੇ ਬੱਚਾ ਦੀ ਮੌਤ ਦਰ ਤਾਂ ਅੱਜ ਕੱਲ੍ਹ ਬਿਲਕੁਲ ਨਹੀਂ ਹੋ ਰਹੀ। ਆਸ਼ਾ ਵਰਕਰ ਨੇ ਤੁਸੀਂ ਇੱਥੇ ਆਪਣੇ ਆਪ ਨੂੰ ਆਸ਼ਾ ਵਰਕਰ ਨੂੰ ਸਮਝ ਰਹੇ ਹੋ ਕਿ ਅਸੀਂ ਜਿਹੜਾ ਹੈਗਾ ਜਦੋਂ ਦੀ ਸਕੀਮ ਆਈ ਹੈ ਜੱਚਾ ਬੱਚਾ ਦੀ, ਉਹਦੇ ਨਾਲ ਜਿਹੜੀ ਮੌਤ ਦਾ ਦਰ ਘਟਿਆ
ਹਾਂਜੀ ਅਸੀਂ ਸਮਝ ਰਹੇ ਹਾਂ। ਅਸੀਂ ਵੱਡਾ ਅਸੀਂ ਅਨੁਪਾਤ ਕੀਤਾ। ਸਾਡਾ ਵੱਡਾ ਯੋਗਦਾਨ ਹੈ। ਲਿੰਗ ਅਨੁਪਾਤ ਵਿੱਚ ਵੀ ਆਸ਼ਾ ਵਰਕਰ ਦਾ ਵੱਡਾ ਯੋਗਦਾਨ ਹੈ। ਕੋਵਿਡ ਦੇਖ ਲਓ, ਕੋਵਿਡ ਦੇ ਵਿੱਚ ਸਰਕਾਰ ਨੇ ਇੱਕ ਆਸ਼ਾ ਵਰਕਰਾਂ ਦੀ ਜਾਨ ਨੂੰ ਨਵਾਂ ਫੰਡਾ ਖੜਾ ਕਰਤਾ ਕਿ ਕੋਵਿਡ ਮਿਸ਼ਨ ਆ ਜਿਹੜਾ ਫਤਿਹ ਕਰਨਾ, ਤੇ ਇਹ ਕੋਵਿਡ ਮਿਸ਼ਨ ਦੇ ਵਿੱਚ ਆਸ਼ਾ ਵਰਕਰ ਸਾਰਾ ਕੁਝ ਕਰਨਗੇ। ਆਸ਼ਾ ਵਰਕਰ ਵੈਕਸੀਨ ਲਿਆਊਗੀ, ਆਸ਼ਾ ਵਰਕਰ ਸਰਵੇ ਕਰੂਗੀ, ਆਸ਼ਾ ਵਰਕਰ ਸੈਂਪਲਿੰਗ ਕਰਾਊਗੀ, ਤੇ ਦਿੱਤਾ ਕੀ ਜਾਊਗਾ ਸਿਰਫ 2500 ਰੁਪਇਆ। ਤੇ ਨਵੀਂ ਸਰਕਾਰ ਨੇ ਇੱਕ ਗਾਈਡਲਾਈਨ ਕੱਢੀ, ਚੰਨੀ ਸਰਕਾਰ ਨੇ, ਆਉਂਦਿਆਂ ਸਾਰ ਹੀ ਆਸ਼ਾ ਵਰਕਰ ਦੀ ਜਾਨ ਨੂੰ ਕਜੀਆ ਖੜਾ ਕਰਕੇ ਰੱਖਤਾ। ਵਧੀਆ ਆਪਣੇ ਬੱਚੇ ਥੋੜੇ ਜਿਹੇ ਇਨਸੈਂਟਿਵ ਨਾਲ ਪਾਲ ਰਹੀਆਂ ਸੀ, ਉਹ ਵੀ ਜਿਹੜਾ ਆਸ਼ਾ ਵਰਕਰ ਨੂੰ ਚੰਨੀ ਸਰਕਾਰ ਨੇ ਇੱਕ ਚਿੱਠੀ ਗਾਈਡਲਾਈਨ ਲਾਗੂ ਕਰਤੀ ਵੀ ਜਿਹੜੀ ਬੀਬੀ 3500 ਰੁਪਇਆ ਨਹੀਂ ਕਮਾਉਂਦੀ। ਜਿਹੜਾ 3500 ਰੁਪਏ ਤੁਸੀਂ ਬਾਰ-ਬਾਰ ਗੱਲ ਕਰ ਰਹੇ ਹੋ, ਉਹ ਕੋਈ ਇਨਸੈਂਟਿਵ ਦਾ 3500 ਰੁਪਏ? ਉਹ ਇਨਸੈਂਟਿਵ ਆਸ਼ਾ ਵਰਕਰ ਜਿਹੜੀ ਆਪਣਾ ਰੋਜ਼ਮਾਰਾ ਦੇ ਵਿੱਚ 54 ਕੰਮਾਂ ਦੇ ਵਿੱਚੋਂ ਕੰਮ ਕੱਢਦੀ ਸੀ, ਉਹਦੇ ਵਿੱਚ ਸਰਕਾਰ ਕਹਿੰਦੀ ਵੀ 3500 ਕਿਉਂ ਨਹੀਂ ਕਮਾਉਂਦੀ। ਅਸੀਂ ਸਰਕਾਰ ਨੂੰ ਕਹਿੰਦੇ, ਅਸੀਂ ਮੁੱਖ ਮੰਤਰੀ ਸਾਹਿਬ ਨੂੰ ਕਹਿੰਦੇ, ਸਿਹਤ ਮੰਤਰੀ ਸਾਹਿਬ ਨੂੰ ਕਹਿੰਦੇ, ਸਾਡੀਆਂ ਬੀਬੀਆਂ ਨੂੰ ਕੋਵਿਡ ਦੇ ਵਿੱਚ ਵਰਤਿਆ ਜਾ ਰਿਹਾ। ਸਾਰਾ ਦਿਨ ਪੂਰ ਰਾਤ ਕੋਵਿਡ ਦਾ ਕੰਮ ਕਰਾਇਆ ਜਾ ਰਿਹਾ। ਕੋਵਿਡ ਦੇ ਵਾਰ-ਵਾਰ ਸਰਵੇ ਕਰਾ ਰਹੇ ਆ, ਕੋਵਿਡ ਦਾ ਵੈਕਸੀਨ ਲਿਆਓ, ਕੋਵਿਡ ਦੇ ਸੈਂਪਲਿੰਗ ਕਰਾਓ, ਤੇ ਬੀਬੀਆਂ ਸਾਡੀਆਂ ਕੰਮ ਕਿਵੇਂ ਕਰਨਗੀਆਂ? ਆਪਦਾ ਜਿਹੜਾ ਇਨਸੈਂਟਿਵ ਆ, ਜਿਹਦੇ ਇਨਸੈਂਟਿਵ ਦੇ ਵਿੱਚੋਂ 3500 ਰੁਪਏ ਬੀਬੀਆਂ ਨੂੰ ਬਣਨਾ, ਉਹ ਕਿਵੇਂ ਕਰਨਗੀਆਂ? ਹਰ ਵਕਤ ਬੀਬੀਆਂ ਨੂੰ ਕੋਵਿਡ ਦੇ ਵਿੱਚ ਘਾਣ ਕੀਤਾ ਹੋਇਆ, ਤੇ ਉਹ ਜਿਹੜਾ 3500 ਰੁਪਇਆ ਬੀਬੀਆਂ ਤੋਂ ਬਣ ਰਿਹਾ, ਕੋਵਿਡ ਦੇ ਵਿੱਚ એનર્ਜੀ ਵੇਸਟ ਹੋਈ ਜਾਂਦੀ, ਕੰਮਾਂ ਵੱਲ ਧਿਆਨ ਨਹੀਂ ਹੋ ਰਿਹਾ ਹੈਗਾ, ਤੇ ਉਹ ਬੀਬੀਆਂ ਦਾ 2500 ਰੁਪਇਆ ਵੀ ਡਿਸਟ੍ਰਿਕਟ ਫਰੀਦਕੋਟ ਤੇ ਕੱਟਿਆ ਜਾ ਰਿਹਾ ਹੈ। ਹੋਰ ਜ਼ਿਲ੍ਹਿਆਂ 'ਚ ਵੀ ਮਿਸਟੇਕ ਆ ਰਹੀ ਆ, ਤੇ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਵੀ ਜੇਕਰ ਸਾਡੀਆਂ ਬੀਬੀਆਂ ਦਾ 3500 ਦੀ ਗਾਈਡਲਾਈਨ ਮੁਤਾਬਕ 2500 ਰੁਪਇਆ ਕੋਵਿਡ ਦਾ ਨਾ ਪਾਇਆ, ਤੇ ਆਉਣ ਵਾਲਾ ਜਿਹੜਾ ਕੋਵਿਡ ਹੋਊਗਾ, ਆਉਣ ਵਾਲਾ ਸਰਕਾਰ ਨੇ ਜਿਹੜਾ ਇਹ ਕੋਵਿਡ ਸੀ, ਇਸ ਕੋਵਿਡ ਨੂੰ ਮਿਸ਼ਨ ਨੂੰ ਫਤਿਹ ਕੀਤਾ ਉਮਰ ਦੇ ਲਿਹਾਜ਼ ਦੇ ਨਾਲ। ਇਹਨਾਂ ਨੇ 40 ਤੋਂ ਉੱਪਰ ਵਾਲਿਆਂ ਦਾ ਕੋਵਿਡ ਮਿਸ਼ਨ ਫਤਿਹ ਕਰਾ ਲਿਆ ਸਰਕਾਰ ਨੇ ਆਸ਼ਾ ਭੈਣਾਂ ਤੋਂ, ਤੇ ਹੁਣ ਇਹ ਇੱਕ ਹੋਰ 18 ਤੋਂ ਲੈ ਕੇ ਉੱਪਰ ਵਾਲੇ ਜਿੰਨੇ ਵੀ ਆ ਤੇ ਛੋਟੇ ਬੱਚਿਆਂ ਦੀ ਵੈਕਸੀਨ ਚਾਲੂ ਕਰ ਰਹੇ ਆ। ਅਸੀਂ ਬਾਈਕਾਟ ਕਰਾਂਗੇ ਜੇਕਰ ਆਉਣ ਵਾਲੇ ਮਹੀਨੇ 2500 ਰੁਪਇਆ ਸਾਡੀਆਂ ਬੀਬੀਆਂ ਦੀਆਂ ਪਰ ਮੰਥ ਕੰਮ ਦੇ ਨਾਲ ਨਾ ਪਿਆ ਤਾਂ ਇਨਸੈਂਟਿਵ ਦੇ ਨਾਲ, ਤੇ ਸਾਡਾ ਪੂਰੇ ਪੰਜਾਬ ਤੋਂ ਕੋਵਿਡ ਦਾ ਬਾਈਕਾਟ ਹੋਵੇਗਾ। ਤੇ ਅਸੀਂ ਸਾਡੇ ਜਿਹੜੇ ਆਉਣ ਵਾਲੇ ਸੰਘਰਸ਼ ਉਹ ਇਸੇ ਤਰ੍ਹਾਂ ਉਨੀ ਦੇਰ ਹੀ ਜਾਰੀ ਰਹਿਣਗੇ ਜਿੰਨੀ ਦੇਰ ਸਾਡੀਆਂ ਮੁਲਾਜ਼ਮਾਂ ਦੀਆਂ ਤੇ ਕਿ ਸਕੀਮ ਵਰਕਰਾਂ ਦੀਆਂ ਮੰਗਾਂ ਇਹ ਲਾਗੂ ਨਹੀਂ ਕਰਦੇ। ਕੱਲ੍ਹ 10 ਤਰੀਕ ਨੂੰ ਸਾਡੀ ਭੁੱਖ ਹੜਤਾਲ ਆ, 13 ਤਰੀਕ ਨੂੰ ਸਾਡੀ ਬਹੁਤ ਵੱਡੀ ਮਹਾ ਰੈਲੀ ਹੋਊਗੀ। ਉਸ ਤੋਂ ਬਾਅਦ ਵੀ ਰੈਲੀ ਕਿੱਥੇ ਕਰਨ ਜਾ ਰਹੇ? ਸਾਡੀ ਬਠਿੰਡੇ ਰੈਲੀ ਹੈ ਵਿੱਤ ਮੰਤਰੀ ਦੇ ਉੱਤੇ। ਤੇ ਜੇਕਰ ਇਸ ਸਾਡੇ ਸੰਘਰਸ਼ ਦੇ ਨਾਲ ਵੀ ਸਰਕਾਰ ਨੂੰ ਅਸਰ ਨਾ ਹੋਇਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਦੂਰ ਨਹੀਂ, ਵੋਟਾਂ ਨੇੜੇ ਆ, ਤੇ ਅਸੀਂ ਇਹਨਾਂ ਦਾ ਪਿੰਡਾਂ ਤੋਂ ਹੀ ਬਾਈਕਾਟ ਕਰਾਂਗੇ। ਅਸੀਂ ਆਪਣੇ ਪਿੰਡਾਂ ਦੇ ਵਿੱਚ ਆਸ਼ਾ ਵਰਕਰਾਂ ਵੱਲੋਂ ਪੂਰੇ ਪੰਜਾਬ 'ਚ ਵੱਡੇ ਵੱਡੇ ਬੈਨਰ ਲਾਵਾਂਗੇ ਤੇ ਇਹਨਾਂ ਦਾ ਅਸੀਂ ਬਾਈਕਾਟ ਕਰਾਂਗੇ, ਤੇ ਆਉਣ ਵਾਲੀਆਂ ਵੋਟਾਂ ਦੇ ਵਿੱਚ ਅਸੀਂ ਇਹਨਾਂ ਨੂੰ ਸਬਕ ਸਿਖਾਵਾਂਗੇ, ਤੇ ਇਹ ਜੈ ਜਨਤਾ ਜੈ ਸੰਘਰਸ਼ ਜਿੱਤ ਲੜਨ ਵਾਲੇ ਲੋਕ। ਸੋ ਇਹ ਸਨ ਮੈਡਮ ਅਮਰਜੀਤ ਕੌਰ ਜੋ ਕਿ ਪੰਜਾਬ ਦੇ ਆਗੂ ਸਨ, ਔਰ ਇਹਨਾਂ ਨੇ ਇੱਕ ਵਿਸਥਾਰ ਨਾਲ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਜੇਕਰ ਸਾਡੀਆਂ ਆਉਣ ਵਾਲੀਆਂ ਸਮੇਂ ਦੇ ਵਿੱਚ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਜਿਹੜਾ ਹੈਗਾ ਇੰਨਾ ਕੁ ਸਰਕਾਰ ਦੇ ਕੰਢੇ ਬੀਜਦੇ ਹਾਂ ਕਿ ਪਿੰਡ-ਪਿੰਡ ਜਾ ਕੇ ਅਸੀਂ ਸਰਕਾਰ ਦੇ ਉਲਟ ਇੰਨਾ ਪ੍ਰਚਾਰ ਕਰਾਂਗੇ ਕਿ ਆਉਣ ਵਾਲੇ ਸਮੇਂ 'ਚ ਸਰਕਾਰ ਨੂੰ ਕੋਈ ਰਾਹ ਨਹੀਂ ਹੋਏਗਾ ਜਿੱਤਣ ਵਾਸਤੇ। ਹੁਣ ਦੇਖਣਾ ਇਹ ਹੋਏਗਾ ਕਿ ਪੰਜਾਬ ਸਰਕਾਰ ਆਸ਼ਾ ਵਰਕਰ ਦੀ ਕਿੰਨੀ ਕੁ ਸੁਣਾਈ ਕਰਦੀ ਹੈ। ਕੈਮਰਾਮੈਨ ਮੇਘਰਾਜ ਦੇ ਨਾਲ ਹੁਕਮ ਚੰਦ ਜੈਤੋ।